ਸਮਾਜਿਕ ਸਿੱਖਿਆ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ 10ਵੀਂ ਜਮਾਤ ਦੇ ਇਤਿਹਾਸ ਦਾ ਪਾਠ ਦੂਸਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ, ਇਹਦੇ ਵਿੱਚ ਅਸੀਂ ਚਰਚਾ ਕਰਾਂਗੇ ਵੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹਨਾਂ ਦੇ ਜਨਮ ਤੋਂ ਪਹਿਲਾਂ ਜਾਂ ਉਸ ਸਮੇਂ ਪੰਜਾਬ ਦੇ ਵਿੱਚ ਰਾਜਨੀਤਿਕ ਅਤੇ ਸਮਾਜਿਕ ਹਾਲਤ ਸੀ ਜਿਹੜੀ ਉਹ ਕਿਸ ਤਰ੍ਹਾਂ ਦੀ ਸੀਗੀ। ਜਿਹੜਾ ਗੁਰੂ ਨਾਨਕ ਦੇਵ ਜੀ ਦਾ ਜਨਮ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਬੱਚਿਓ, ਵੀ 1469 ਈਸਵੀ ਨੂੰ ਹੋਇਆ ਸੀਗਾ। ਉਸ ਸਮੇਂ ਜਿਹੜੇ ਹਾਲਾਤ ਸੀ, ਭਾਵੇਂ ਆਪਾਂ ਰਾਜਨੀਤਿਕ ਗੱਲ ਕਰ ਲਈਏ ਅਤੇ ਭਾਵੇਂ ਕਰ ਲਈਏ ਸਮਾਜਿਕ, ਉਹ ਵਧੀਆ ਨਹੀਂ ਸੀਗੇ। ਉਸ ਸਮੇਂ ਜਿਹੜੇ ਹਾਕਮ ਸੀ ਕਮਜ਼ੋਰ ਸੀ ਅਤੇ ਆਪਸ ਵਿੱਚ ਫੁੱਟ ਦੇ ਉਹ ਸ਼ਿਕਾਰ ਸੀਗੇ। ਅਸੀਂ ਪਹਿਲਾਂ ਮਾਈਂਡ ਮੈਪ ਕਰਾਂਗੇ। ਇਹ ਬੱਚਿਓ ਜਿਹੜੇ ਵੀ ਆਪਾਂ ਮਾਈਂਡ ਮੈਪ ਕਰਦੇ ਹੁੰਦੇ ਆ, ਬਣਾਉਣੇ ਆ, ਇਹਨਾਂ ਨੂੰ ਤੁਸੀਂ ਆਪਣੀਆਂ ਕਾਪੀਆਂ ਉੱਪਰ ਵੀ ਨੋਟ ਕਰਿਆ ਕਰੋ ਤਾਂ ਕਿ ਜਿਹੜਾ ਤੁਹਾਨੂੰ ਇਹ ਸੌਖਾ ਯਾਦ ਰਹਿ ਜਾਣ। ਔਰ ਨਾਲ ਦੀ ਨਾਲ ਆਪਾਂ ਅੰਤ ਵਿੱਚ ਵੀਡੀਓ ਦੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਕਰਾਂਗੇ, ਉਹ ਵੀ ਤੁਸੀਂ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰ ਲਿਆ ਕਰੋ, ਜਿਹਦੇ ਨਾਲ ਤੁਹਾਡਾ ਸਾਰਾ ਪਾਠ ਆ ਜਿਹੜਾ ਉਹ ਪੂਰਾ ਹੋ ਜੇ। ਹੁਣ ਸਾਡੇ ਕੋਲ ਮਾਈਂਡ ਮੈਪ ਹੈਗਾ ਜਿਹੜਾ, ਉਹ ਹੈਗਾ ਪਹਿਲਾਂ ਰਾਜਨੀਤਿਕ ਅਵਸਥਾ ਦੀ ਗੱਲ ਕਰਾਂਗੇ ਅਸੀਂ। ਲੋਧੀ ਸੁਲਤਾਨਾ ਅਧੀਨ ਪੰਜਾਬ, ਜਿਹੜਾ ਉਸ ਸਮੇਂ ਸੀ ਸਾਡਾ ਪੰਜਾਬ, ਉਹ ਲੋਧੀ ਸੁਲਤਾਨਾ ਦੇ ਅਧੀਨ ਸੀ, ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਪਹਿਲਾਂ ਬਹਿਲੋਲ ਖਾਂ ਲੋਧੀ, ਜਿਹੜੇ ਕਿ 1451 ਤੋਂ 1499 ਈਸਵੀ ਤੱਕ ਸੀਗੇ। ਇਸ ਤੋਂ ਅੱਗੇ ਜਿਹੜੇ ਬਣੇ ਉਹ ਸੀਗੇ ਸਿਕੰਦਰ ਲੋਧੀ, ਜਿਹੜੇ ਕਿ 1499 ਤੋਂ 1517। ਇਸ ਤੋਂ ਅੱਗੇ ਇਬਰਾਹਿਮ ਲੋਧੀ ਦੇ ਨਾਲ ਹੀ ਸੀ ਜਿਹੜਾ ਇਹਨਾਂ ਦਾ ਸ਼ਾਸਨ ਦਾ ਅੰਤ ਹੋ ਗਿਆ ਸੀ। ਇਹ ਇੱਕ ਬਹਾਦਰ ਸਿਪਾਹੀ ਅਤੇ ਬਹਾਦਰ ਜਰਨੈਲ ਵੀ ਸੀ, ਪਰੰਤੂ ਇਹ ਜਿਹੜਾ ਪਠਾਨ, ਭਾਵੇਂ ਉਹ ਆਪ ਵੀ ਪਠਾਨ ਸੀ, ਪਰ ਉਹ ਪਠਾਨਾਂ ਦੇ ਸੁਭਾਅ ਅਤੇ ਆਚਰਨ ਨੂੰ ਨਹੀਂ ਸਮਝ ਸਕਿਆ। ਇਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਮਾਈਂਡ ਮੈਪ ਹੈ, ਉਹ ਹੈਗਾ ਦੌਲਤ ਖਾਂ ਲੋਧੀ ਅਤੇ ਪੰਜਾਬ। ਜਦੋਂ ਸਿਕੰਦਰ ਲੋਧੀ ਸੀ ਤਾਂ ਉਸਨੇ ਤਾਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਉਸ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਸੀ ਜਿਹੜਾ ਦੌਲਤ ਖਾਂ ਲੋਧੀ, ਉਹ ਪੰਜਾਬ ਦਾ ਸੂਬੇਦਾਰ ਬਣਿਆ ਸੀਗਾ। ਜਿੰਨਾ ਚਿਰ ਤਾਂ ਸਿਕੰਦਰ ਲੋਧੀ ਜਿਉਂਦਾ ਰਿਹਾ, ਉਹ ਉਹਦੇ ਪ੍ਰਤੀ ਵਫਾਦਾਰ ਰਿਹਾ। ਪਰੰਤੂ ਉਸ ਤੋਂ ਬਾਅਦ ਇਬਰਾਹਿਮ ਲੋਧੀ ਦੇ ਕਠੋਰ, ਸ਼ੱਕੀ ਅਤੇ ਘਮੰਡੀ ਸੁਭਾਅ ਦੇ ਨਾਲ ਉਹਨੇ ਦੌਲਤ ਖਾਂ ਲੋਧੀ ਨੂੰ ਆਪਣੇ ਨਾਲ ਘਿਰਨਾ ਕਰਨਾ ਲਾ ਲਿਆ। ਇਸ ਵਤੀਰੇ ਨੂੰ ਦੇਖ ਕੇ ਉਹਨੇ ਆਪਣਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਮਨ ਬਣਾਇਆ। ਇਹਦੇ ਵਿੱਚ ਹੀ ਫਿਰ ਉਹਨੇ ਬਾਬਰ ਦੇ ਨਾਲ ਗੱਠਜੋੜ ਕੀਤਾ ਅਤੇ ਪੰਜਾਬ ਉੱਤੇ ਹਮਲਾ ਕਰਨ ਲਈ ਉਹਨੂੰ ਸੱਦਾ ਭੇਜਿਆ। ਇਬਰਾਹਿਮ ਲੋਧੀ ਦੇ ਭੈੜੇ ਵਰਤਾਓ ਕਾਰਨ ਜਿਹੜੇ ਅਫਗਾਨ ਸਰਦਾਰ ਸੀ, ਉਹ ਵੀ ਉਹਦੇ ਨਾਲ ਨਾਰਾਜ਼ ਸੀ। ਉਹਨਾਂ ਨੇ ਆਪਦੀ ਨਾਰਾਜ਼ਗੀ ਦਿਖਾਉਣ ਲਈ ਹੀ ਆਲਮ ਖਾਂ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਵਿਉਂਤ ਬਣਾਈ ਅਤੇ ਉਹਦੀ ਸਹਾਇਤਾ ਕਰਨ ਦਾ ਵੀ ਫੈਸਲਾ ਕਰ ਲਿਆ। ਉਸ ਤੋਂ ਬਾਅਦ ਆਲਮ ਖਾਂ ਦੌਲਤ ਖਾਂ ਲੋਧੀ ਨਾਲ ਵੀ ਮਿਲ ਗਿਆ। ਦੌਲਤ ਖਾਂ ਲੋਧੀ ਨੇ ਇਬਰਾਹਿਮ ਲੋਧੀ ਦੇ ਖਿਲਾਫ ਉਹਨੂੰ ਸਹਾਇਤਾ ਦੇਣ ਲਈ ਬੇਨਤੀ ਕੀਤੀ। ਇਹਨਾਂ ਨੇ ਮਿਲ ਕੇ ਜਦੋਂ ਕਿ ਦਿੱਲੀ ਉੱਪਰ ਜਦੋਂ ਚੜ੍ਹਾਈ ਕਰ ਦਿੱਤੀ ਤਾਂ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਉਸ ਨੂੰ ਕਰਾਰੀ ਹਾਰ ਦਿੱਤੀ, ਜਿਹਦੇ ਨਾਲ ਸਿੱਟੇ ਵਜੋਂ ਆਲਮ ਖਾਂ ਦਾ ਜਿਹੜਾ ਪੰਜਾਬ ਜਾਂ ਦਿੱਲੀ 'ਤੇ ਰਾਜ ਪ੍ਰਾਪਤ ਕਰਨ ਦਾ ਸੁਪਨਾ ਸੀ, ਉਹ ਸਦਾ ਲਈ ਮਿੱਟੀ ਵਿੱਚ ਮਿਲ ਗਿਆ। ਇਸ ਤੋਂ ਬਾਅਦ ਬਾਬਰ ਨੇ 1525 ਈਸਵੀ ਵਿੱਚ ਨਵੰਬਰ ਮਹੀਨੇ ਦੇ ਵਿੱਚ 12,000 ਸੈਨਿਕਾਂ ਨਾਲ ਕਾਬਲ ਤੋਂ ਪੰਜਾਬ ਵੱਲ ਆਇਆ। ਬਾਬਰ ਨੇ ਸਭ ਤੋਂ ਪਹਿਲਾਂ ਦੌਲਤ ਖਾਂ ਲੋਧੀ ਨੂੰ ਦੰਡ ਦੇਣ ਦਾ ਫੈਸਲਾ ਕੀਤਾ। ਜਦੋਂ ਬਾਬਰ ਨੂੰ ਉਸਦੀ ਭੈੜੀ ਨੀਅਤ ਦਾ ਪਤਾ ਲੱਗਾ ਤਾਂ ਦੌਲਤ ਖਾਂ ਲੋਧੀ ਆਪਣੇ ਪੁੱਤਰ ਨਾਲ ਲਾਹੌਰ ਤੋਂ ਦੌੜ ਗਿਆ ਅਤੇ ਅੰਤ ਨੂੰ ਉਹਨੇ ਬਾਬਰ ਅੱਗੇ ਹਥਿਆਰ ਸੁੱਟ ਦਿੱਤੇ। ਇਸ ਤੋਂ ਬਾਅਦ ਬਾਬਰ ਸੀ ਜਿਹੜਾ ਸਰਹੰਦ ਵੱਲ ਵਧਿਆ, ਅੰਬਾਲਾ ਜਿੱਤਿਆ ਉਸਨੇ। ਫਿਰ ਉਹ ਪਾਣੀਪਤ ਜਿੱਤਣ ਲਈ ਦਿੱਲੀ ਵੱਲ ਵਧਿਆ। ਇੱਥੇ ਦਿੱਲੀ ਦਾ ਸੁਲਤਾਨ ਜਿਹੜਾ ਇਬਰਾਹਿਮ ਲੋਧੀ ਸੀ, ਉਹ ਵੀ ਉਹਦਾ ਮੁਕਾਬਲਾ ਕਰਨ ਲਈ 1 ਲੱਖ ਸੈਨਾ ਲੈ ਕੇ ਅੱਗੇ ਵਧਿਆ। ਇੱਥੇ ਜਿਹੜਾ ਬਾਬਰ ਸੀ ਉਹ 1 ਹਫ਼ਤਾ ਦਾ ਚੁੱਪਚਾਪ ਬੈਠਾ ਰਿਹਾ, ਪਰ 21 ਅਪ੍ਰੈਲ 1526 ਈਸਵੀ ਨੂੰ ਪਹਿਲਾਂ ਇਬਰਾਹਿਮ ਲੋਧੀ ਦੀ ਫੌਜ ਨੇ ਹਮਲਾ ਕੀਤਾ ਅਤੇ ਬਾਬਰ ਦੇ ਤੋਪਖਾਨੇ ਨੇ ਵੀ ਗੋਲਾਬਾਰੀ ਸੀ ਜਿਹੜੀ ਸ਼ੁਰੂ ਕਰ ਦਿੱਤੀ। ਇਸ ਤੋਂ ਲੜਾਈ ਦੇ ਵਿੱਚ ਜਿਹੜਾ ਬਾਬਰ ਸੀ ਉਹਨੂੰ ਜਿੱਤ ਪ੍ਰਾਪਤ ਹੋਈ। ਹੁਣ ਜੇ ਅਸੀਂ ਇਸ ਸਮੇਂ ਦੀ ਸਮਾਜਿਕ ਅਵਸਥਾ ਦੀ ਗੱਲ ਕਰਾਂਗੇ ਤਾਂ ਪਹਿਲਾਂ ਅਸੀਂ ਮੁਸਲਮਾਨਾਂ ਦੀ ਸਮਾਜਿਕ ਅਵਸਥਾ ਦੀ ਗੱਲ ਕਰਾਂਗੇ। ਉਸ ਸਮੇਂ 2 ਤਰ੍ਹਾਂ ਦਾ ਸਮਾਜ ਸੀ, ਇੱਕ ਮੁਸਲਿਮ ਸਮਾਜ ਅਤੇ ਇੱਕ ਹਿੰਦੂ ਸਮਾਜ। ਜੇ ਅਸੀਂ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਇਹਦੇ ਵਿੱਚ ਬੇਟਾ ਮਾਈਂਡ ਮੈਪ ਦੇਖ ਸਕਦੇ ਹੋ ਔਰ ਇਹਨੂੰ ਨੋਟ ਵੀ ਕਰ ਸਕਦੇ ਹੋ। ਉਸ ਸਮੇਂ ਮੁਸਲਮਾਨਾਂ ਦੀ ਸਰਕਾਰ ਸੀ ਅਤੇ ਮੁਸਲਮਾਨ ਹੀ ਸੀਗੇ ਜਿਹੜੇ ਉੱਚ ਅਹੁਦੇ ਉਹ ਪ੍ਰਾਪਤ ਕਰ ਸਕਦੇ ਸੀ।
ਮੁਸਲਮਾਨ ਸੀ ਜਿਹੜੇ 4 ਸ਼੍ਰੇਣੀਆਂ ਵਿੱਚ ਵੰਡੇ ਹੋਏ ਸੀ: ਅਮੀਰ ਅਤੇ ਸਰਦਾਰ, ਉਲਮਾ ਅਤੇ ਸੈਯਦ, ਮੱਧ ਸ਼੍ਰੇਣੀ ਅਤੇ ਗੁਲਾਮ। ਅਮੀਰ ਤੇ ਸਰਦਾਰ ਸੀ ਜਿਹੜੇ, ਇਹ ਉੱਚ ਸ਼੍ਰੇਣੀ ਦੇ ਲੋਕ ਸੀ। ਇਹਨਾਂ ਨੂੰ ਉੱਚੀਆਂ ਪਦਵੀਆਂ ਮਿਲੀਆਂ ਹੋਈਆਂ ਸੀ ਅਤੇ ਇਹ ਲੋਕਾਂ ਦੇ ਵਿੱਚੋਂ ਭੂਮੀ ਟੈਕਸ ਵੀ ਉਗਰਾਉਂਦੇ ਸੀਗੇ। ਇਸ ਤੋਂ ਬਾਅਦ ਉਲਮਾ ਅਤੇ ਸੈਯਦ ਆ ਗਏ। ਇਹ ਮੁਸਲਮਾਨਾਂ ਦੀ ਧਾਰਮਿਕ ਸ਼੍ਰੇਣੀ ਦੇ ਲੋਕ ਸੀ। ਇਹ ਅੱਗੇ 2 ਵਰਗਾਂ 'ਚ ਵੰਡੇ ਹੋਏ ਸੀ। ਉਲਮਾ ਇਹ ਧਾਰਮਿਕ ਵਰਗ ਦੇ ਨੇਤਾ ਹੁੰਦੇ ਸੀ ਅਤੇ ਇਹ ਧਾਰਮਿਕ ਵਿਦਵਾਨ ਵੀ ਹੁੰਦੇ ਸੀ। ਅਤੇ ਦੂਜੀ ਸ਼੍ਰੇਣੀ ਸੀ ਜਿਹੜੀ ਤੋਂ ਬਿਨਾਂ, ਉਹ ਸੀ ਸੈਯਦਾਂ ਦੀ। ਇਹ ਜਿਹੜੇ ਸੈਯਦ ਸੀ ਇਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਵੀ ਸਮਝਦੇ ਸੀ। ਅੱਗੇ ਇਹਨਾਂ ਦੇ ਵਿੱਚ ਹੋਰ ਸ਼ੇਖ, ਮੁੱਲਾ, ਕਾਜੀ ਵੀ ਆ ਜਾਂਦੇ ਸੀ। ਇਹਨਾਂ ਨੂੰ ਨਿਆਂ ਕਰਨ ਦਾ ਕੰਮ ਵੀ ਦਿੱਤਾ ਹੋਇਆ ਸੀ। ਇਸ ਤੋਂ ਬਾਅਦ ਤੀਜੀ ਸ਼੍ਰੇਣੀ ਦੀ ਅਸੀਂ ਗੱਲ ਕਰਾਂਗੇ, ਉਹ ਸੀ ਮੱਧ ਸ਼੍ਰੇਣੀ। ਮੱਧ ਸ਼੍ਰੇਣੀ ਵਿੱਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਦਿ ਆ ਜਾਂਦੇ ਸੀ। ਇਹਨਾਂ ਦੀ ਆਰਥਿਕ ਹਾਲਤ ਸੀ ਜਿਹੜੀ ਉਹ ਵੀ ਚੰਗੀ ਸੀਗੀ। ਇਹਨਾਂ ਨੂੰ ਪਦਵੀਆਂ ਉੱਤੇ, ਸਰਕਾਰੀ ਪਦਵੀਆਂ ਉੱਤੇ ਹੋਣ ਕਾਰਨ ਇਹਨਾਂ ਨੂੰ ਵੀ ਉੱਚਾ ਗਿਣਿਆ ਜਾਂਦਾ ਸੀ। ਚੌਥੀ ਜਿਹੜੀ ਸ਼੍ਰੇਣੀ ਸੀ ਗੁਲਾਮ, ਇਹ ਸਭ ਤੋਂ ਨੀਵੀਂ ਸ਼੍ਰੇਣੀ ਸੀ ਅਤੇ ਨੀਵੇਂ ਦਰਜੇ ਦੇ ਕਾਮਿਆਂ ਦੇ ਵਿੱਚ ਇਹਨਾਂ ਨੂੰ ਮੰਨਿਆ ਜਾਂਦਾ ਸੀ। ਇਹਦੇ ਜੁਲਾਹੇ, ਘੁਮਿਆਰ, ਮਜ਼ਦੂਰ ਆ ਜਾਂਦੇ ਸੀਗੇ। ਇਹਨਾਂ ਨੂੰ ਗੁਲਾਮਾਂ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਸੀ। ਇਹਨਾਂ ਦੀਆਂ ਜਿਹੜੀਆਂ ਔਰਤਾਂ ਸੀ ਉਹ ਅਮੀਰਾਂ ਅਤੇ ਸਰਦਾਰਾਂ ਦੇ ਮਨ ਪਰਚਾਵੇ ਦਾ ਸਾਧਨ ਹੁੰਦੀਆਂ ਸੀ। ਇਹਨਾਂ ਦੀ ਜਿਹੜੀ ਅਵਸਥਾ ਸੀ ਉਹ ਇਹਨਾਂ ਦੇ ਮਾਲਕ ਦੇ ਸੁਭਾਅ 'ਤੇ ਨਿਰਭਰ ਕਰਦੀ ਸੀ ਵੀ ਉਹ ਇਹਨਾਂ ਨਾਲ ਕਿਵੇਂ ਦਾ ਵਰਤਾਓ ਕਰਦਾ ਗਾ। ਇਸ ਤੋਂ ਬਾਅਦ ਅਗਲਾ ਜਿਹੜਾ ਹੋਊਗਾ, ਅਸੀਂ ਇਹਨਾਂ ਦੇ ਰਹਿਣ ਸਹਿਣ, ਸਮਾਜਿਕ ਜੀਵਨ ਬਾਰੇ ਚਰਚਾ ਕਰਾਂਗੇ। ਇਹ ਤੁਸੀਂ ਬੇਟਾ ਅਗਲੇ ਮਾਈਂਡ ਮੈਪ ਵਿੱਚ ਦੇਖ ਸਕਦੇ ਹੋ। ਇਹਦੇ 'ਚ ਅਸੀਂ ਪਹਿਲਾਂ ਅਸੀਂ ਇਹਨਾਂ ਦੇ ਪਹਿਰਾਵੇ ਦੀ ਗੱਲ ਕਰਾਂਗੇ। ਜਿਹੜੇ ਮੁਸਲਮਾਨਾਂ ਦੇ ਉੱਚ ਸ਼੍ਰੇਣੀ ਦੇ ਮੁਸਲਮਾਨ ਸੀ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਭੜਕੀਲਾ ਹੁੰਦਾ ਸੀ, ਕੀਮਤੀ ਹੁੰਦਾ ਸੀ, ਰੇਸ਼ਮੀ ਹੁੰਦਾ ਸੀ ਅਤੇ ਉਹ ਸਿਰਾਂ 'ਤੇ ਪਗੜੀਆਂ ਵੀ ਬੰਨ੍ਹਦੇ ਸੀ ਜਿਨ੍ਹਾਂ ਨੂੰ ਉਹ ਚੀਰਾ ਵੀ ਕਹਿ ਦਿੰਦੇ ਸੀ। ਅਤੇ ਜਿਹੜੇ ਇਹਨਾਂ ਦੇ ਧਾਰਮਿਕ ਵਰਗ ਦੇ ਲੋਕ ਸੀ ਉਹ ਸੂਤੀ ਕੱਪੜੇ ਪਹਿਨਦੇ ਸੀ ਅਤੇ ਜਿਹੜੀਆਂ ਇਸਤਰੀਆਂ ਸੀ ਉਹ ਜੰਪਰ, ਘੱਗਰਾ ਅਤੇ ਤੰਗ ਪਜਾਮਾ ਪਹਿਨਦੀਆਂ ਸੀ ਅਤੇ ਉਹ ਪਰਦੇ ਲਈ ਬੁਰਕੇ ਦਾ ਪ੍ਰਯੋਗ ਵੀ ਕਰਦੀਆਂ ਸੀ। ਅੱਗੇ ਇਹਨਾਂ ਦਾ ਭੋਜਨ ਆ ਗਿਆ। ਇਹਨਾਂ ਦਾ ਭੋਜਨ ਸੀ ਜਿਹੜਾ ਮੁਸਲਮਾਨਾਂ ਦਾ, ਇਹਦੇ ਵਿੱਚ ਨਸ਼ੀਲੀਆਂ ਵਸਤਾਂ ਆਮ ਹੁੰਦੀਆਂ ਸੀ। ਇਹਨਾਂ ਦਾ ਭੋਜਨ ਸੀ ਜਿਹੜਾ ਮਾਸਾਹਾਰੀ ਸੀ। ਇਹ ਮਿਰਚ ਮਸਾਲਿਆਂ ਦੀ ਵਰਤੋਂ ਆ ਜਿਹੜੀ ਬਹੁਤ ਜ਼ਿਆਦਾ ਕਰਦੇ ਸੀ। ਅੱਗੇ ਅਸੀਂ ਇਹਨਾਂ ਦੇ ਗਹਿਣਿਆਂ ਦੀ ਗੱਲ ਕਰਾਂਗੇ। ਸੋਨੇ ਜਾਂ ਚਾਂਦੀ ਦੇ ਗਹਿਣੇ ਪਹਿਨਦੇ ਸੀ, ਛਾਪਾਂ ਜ਼ਿਆਦਾ ਪਹਿਨਦੇ ਸੀ ਅਤੇ ਮਣਕੇ, ਮੋਤੀ ਅਤੇ ਪੱਥਰ ਦੀ ਵਰਤੋਂ ਵੀ ਹੈ ਜਿਹੜੀ ਇਹ ਕਰਦੇ ਸੀ। ਅੱਗੇ ਇਹਨਾਂ ਦੇ ਅਸੀਂ ਮਨ ਪਰਚਾਵੇ ਦੀ ਗੱਲ ਕਰਾਂਗੇ। ਮਨ ਪਰਚਾਵੇ ਵਿੱਚ ਇਹ ਚੌਪੜ, ਘੋੜ ਸਵਾਰੀ ਆਦਿ ਮਨ ਭਾਉਂਦੀਆਂ ਇਹਨਾਂ ਦੀਆਂ ਖੇਡਾਂ ਸੀ। ਨਾਚ ਦੇਖਣੇ, ਗੀਤ ਸੁਣਨਾ ਵੀ ਇਹਨਾਂ ਦਾ ਸ਼ੌਂਕ ਸੀਗਾ। ਅੱਗੇ ਇਹਨਾਂ ਦੀ ਵਹਿਮ ਅਤੇ ਅਗਿਆਨਤਾ। ਇਹ ਵਹਿਮਾਂ ਭਰਮਾਂ ਵਿੱਚ ਉਸ ਸਮੇਂ ਬਹੁਤ ਹੀ ਜ਼ਿਆਦਾ ਵਾਧਾ ਹੋਇਆ ਸੀ। ਲੋਕ ਜਾਦੂ, ਟੂਣਿਆਂ, ਤਬੀਤਾਂ, ਕਰਾਮਾਤਾਂ ਵਿੱਚ ਬਹੁਤ ਵਿਸ਼ਵਾਸ ਰੱਖਦੇ ਸੀ। ਸ਼ੁਭ ਅਤੇ ਸ਼ੁਭ ਵਿਚਾਰਦੇ ਸੀ। ਲੋਕਾਂ ਵਿੱਚ ਅਗਿਆਨਤਾ ਬਹੁਤ ਜ਼ਿਆਦਾ ਸੀ। ਅੱਗੇ ਆ ਗਈ ਇਸਤਰੀਆਂ ਦੀ ਹਾਲਤ। ਇਸਤਰੀਆਂ ਨੂੰ ਵੀ ਸਤਿਕਾਰਯੋਗ ਸਥਾਨ ਆ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ ਸੀ। ਹਵੇਲੀਆਂ ਵਿੱਚ ਇਸਤਰੀਆਂ ਦੇ ਹਰਮ ਹੁੰਦੇ ਸੀ। ਉੱਥੇ ਦਾਸੀਆਂ ਅਤੇ ਰਖੈਲਾਂ ਰੱਖੀਆਂ ਜਾਂਦੀਆਂ ਸੀ। ਪਰਦੇ ਦਾ ਜਿਹੜਾ ਰਿਵਾਜ ਹੈ ਉਹ ਵੀ ਆਮ ਹੁੰਦਾ ਸੀ। ਹੁਣ ਇਸ ਤੋਂ ਬਾਅਦ ਅਸੀਂ ਹਿੰਦੂਆਂ ਦੀ ਸਮਾਜਿਕ ਦਸ਼ਾ ਦਾ ਵਰਣਨ ਕਰਾਂਗੇ। ਹਿੰਦੂਆਂ ਦੀ ਜਿਹੜੀ ਸਥਿਤੀ ਸੀ ਉਸ ਸਮੇਂ ਉਹ ਬਹੁਤ ਹੀ ਭੈੜੀ ਸੀਗੀ। ਉਹਨਾਂ ਨੂੰ ਦਾਸ ਸਮਝਿਆ ਜਾਂਦਾ ਸੀ, ਟੈਕਸ ਦੇਣੇ ਪੈਂਦੇ ਸੀ ਵੱਖ-ਵੱਖ। ਹੁਣ ਇਹ ਸਾਡੇ ਮਾਈਂਡ ਮੈਪ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਪਹਿਲਾਂ ਅਸੀਂ ਇਹਨਾਂ ਦੀ ਜਾਤ ਪਾਤ ਦੀ ਗੱਲ ਕਰਦੇ ਹਾਂ। ਇਹ ਵੀ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡੇ ਹੋਏ ਸੀ। ਬ੍ਰਾਹਮਣ ਸੀ ਜਿਹੜੇ ਧਾਰਮਿਕ ਇਹਨਾਂ ਦੇ ਨੇਤਾ ਹੁੰਦੇ ਸੀ, ਪਰ ਇਹ ਆਪਣੇ ਸਾਰੇ ਫਰਜ਼ ਭੁੱਲ ਕੇ ਸਵਾਰਥੀ ਬਣੇ ਹੋਏ ਸੀ। ਇਹ ਮੁਸਲਮਾਨਾਂ ਦੀ ਖੁਸ਼ਾਮਦ ਕਰਦੇ ਸੀ ਅਤੇ ਲੋਕਾਂ ਨੂੰ ਵਾਧੂ ਦੇ ਵਹਿਮਾਂ ਭਰਮਾਂ, ਰੀਤੀ ਰਿਵਾਜਾਂ ਵਿੱਚ ਫਸਾ ਕੇ ਰੱਖਦੇ ਸੀ। ਅੱਗੇ ਵੈਸ਼ ਅਤੇ ਖੱਤਰੀ ਸੀ। ਇਹਨਾਂ 'ਚ ਯੋਧੇ, ਕਿਸਾਨ, ਵਪਾਰੀ ਆ ਜਾਂਦੇ ਸੀ। ਇਹਨਾਂ ਦੀ ਹਾਲਤ ਠੀਕ ਸੀ। ਇਸ ਤੋਂ ਬਾਅਦ ਜਿਹੜੇ ਅੱਗੇ ਆ ਗਏ ਸ਼ੂਦਰ। ਇਹਨਾਂ ਦੀਆਂ ਜਿਹੜੀਆਂ ਬਸਤੀਆਂ ਉਹ ਵੀ ਪਿੰਡਾਂ ਤੋਂ ਬਾਹਰ ਹੁੰਦੀਆਂ ਸੀ। ਮੰਦਰਾਂ, ਤੀਰਥਾਂ ਦੇ ਦਰਵਾਜ਼ੇ ਇਹਨਾਂ ਲਈ ਬੰਦ ਹੁੰਦੇ ਸੀ। ਇਹਨਾਂ ਦਾ ਕਿਸੇ ਉੱਚ ਸ਼੍ਰੇਣੀ ਦੇ ਨੂੰ ਛੂਹਣਾ ਵੀ ਗੁਨਾਹ ਸਮਝਿਆ ਜਾਂਦਾ ਸੀ। ਇਹਨਾਂ ਦੀ ਹਾਲਤ ਆ ਜਿਹੜੀ ਸਭ ਤੋਂ ਜ਼ਿਆਦਾ ਮਾੜੀ ਸੀ। ਅੱਗੇ ਅਸੀਂ ਇਹਨਾਂ ਦੇ ਭੋਜਨ ਦੀ ਗੱਲ ਕਰਾਂਗੇ। ਜਿਹੜਾ ਇਹਨਾਂ ਦਾ ਭੋਜਨ ਸੀ ਉਹ ਸਾਦਾ ਅਤੇ ਵੈਸ਼ਨੂੰ ਹੁੰਦਾ ਸੀ। ਇਹ ਦਾਲ, ਰੋਟੀ, ਖਿਚੜੀ ਆਦਿ ਖਾਂਦੇ ਸੀਗੇ।
ਪਹਿਰਾਵਾ ਸੀ ਜਿਹੜਾ ਇਹਨਾਂ ਦਾ, ਇਹ ਧੋਤੀ ਕੁੜਤਾ ਪਹਿਨਦੇ ਸੀ, ਪਗੜੀ ਬੰਨ੍ਹਦੇ ਸੀ। ਗਰੀਬ ਲੋਕ ਆ ਜਿਹੜੇ ਉਹ ਲੰਗੋਟੀ ਬੰਨ੍ਹ ਕੇ ਹੀ ਗੁਜ਼ਾਰਾ ਕਰ ਲੈਂਦੇ ਸੀ। ਇਸਤਰੀਆਂ ਸਲਵਾਰ ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਸੀ, ਸਾੜੀ ਵੀ ਪਹਿਨ ਲੈਂਦੀਆਂ ਸੀ। ਅਤੇ ਬ੍ਰਾਹਮਣ ਸੀ ਜਿਹੜੇ ਇਹਨਾਂ ਦੇ, ਉਹ ਉੱਚ ਜਾਤੀ ਦਾ ਤਿਲਕ ਆਪਦੇ ਮੱਥੇ 'ਤੇ ਲਾਉਂਦੇ ਸੀ, ਸੁਨਹਿਰੇ ਬਾਰਡਰ ਵਾਲੀ ਧੋਤੀ ਪਹਿਨਦੇ ਸੀ। ਮਨ ਪਰਚਾਵੇ ਦੇ ਜਿਹੜੇ ਵਸੀਲੇ ਸੀ ਇਹਨਾਂ ਕੋਲੇ ਘੱਟ ਸੀ, ਕਿਉਂਕਿ ਕਿਰਤੀ ਹੋਣ ਕਾਰਨ ਇਹਨਾਂ ਨੂੰ ਵਿਹਲ ਸੀ ਜਿਹੜੀ ਉਹ ਘੱਟ ਹੀ ਮਿਲਦੀ ਸੀ। ਇਹ ਬਸ ਜੂਆ ਖੇਡ ਕੇ ਜਾਂ ਆਪਣੇ ਮੌਸਮੀ ਤਿਉਹਾਰ ਮਨਾ ਕੇ ਆਪਣਾ ਮਨ ਪਰਚਾਵਾ ਕਰ ਲੈਂਦੇ ਸੀ। ਵਹਿਮ ਅਤੇ ਗਿਆਨਤਾ, ਉਸ ਸਮੇਂ ਹਿੰਦੂਆਂ ਵਿੱਚ ਅਨਪੜ੍ਹਤਾ ਅਤੇ ਗਿਆਨਤਾ ਬਹੁਤ ਜ਼ਿਆਦਾ ਸੀ। ਇਹ ਝੂਠੇ ਰਿਵਾਜਾਂ ਭਰਮਾਂ ਦੇ ਵਿੱਚ ਫਸੇ ਹੋਏ ਸੀ। ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਕੁਰਬਾਨੀਆਂ ਦਿੰਦੇ ਸੀ ਅਤੇ ਇਹ ਲੋਕ ਵੀ ਜਾਦੂ, ਟੂਣਿਆਂ, ਤਬੀਤਾਂ ਅਤੇ ਕਰਾਮਾਤਾਂ ਵਿੱਚ ਵਿਸ਼ਵਾਸ ਕਰਦੇ ਸੀ। ਅੱਗੇ ਆ ਗਿਆ ਇਸਤਰੀਆਂ ਦੀ ਦਸ਼ਾ। ਉਸ ਸਮੇਂ ਇਸਤਰੀਆਂ ਦੀ ਜਿਹੜੀ ਹਾਲਤ ਸੀ, ਹਿੰਦੂ ਇਸਤਰੀਆਂ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਸੀ। ਲੜਕੀਆਂ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ। ਲੋਕ ਜਨਮ ਲੈਣ ਸਾਰ ਹੀ ਉਹਨਾਂ ਨੂੰ ਮਾਰ ਦਿੰਦੇ ਸੀ ਜਾਂ ਉਹਨਾਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਬਾਲ ਵਿਆਹ, ਇੱਕ ਆਦਮੀ ਆ ਜਿਹੜਾ, ਉਹਦੀਆਂ ਇੱਕ ਤੋਂ ਜ਼ਿਆਦਾ ਪਤਨੀਆਂ ਹੁੰਦੀਆਂ ਸੀ ਅਤੇ ਜੇ ਕਿਸੇ ਦਾ ਪਤੀ ਮਰ ਜਾਂਦਾ ਸੀ ਤਾਂ ਉਹਨੂੰ ਜਿਉਂਦੀ ਨੂੰ ਚਿਤਾ ਵਿੱਚ ਸੜਨਾ ਪੈਂਦਾ ਸੀ, ਜਿਹਨੂੰ ਅਸੀਂ ਸਤੀ ਪ੍ਰਥਾ ਵੀ ਕਹਿ ਦਿੰਦੇ ਹਾਂ। ਇਹਨਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਹੀ ਰਹਿਣਾ ਪੈਂਦਾ ਸੀ ਅਤੇ ਪਰਦਾ ਕਰਕੇ ਰੱਖਣਾ ਪੈਂਦਾ ਸੀ। ਇਹ ਆ ਗਈ ਬੇਟਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ ਸੀ। ਹੁਣ ਅੱਗੇ ਜਿਹੜੇ ਇਹਦੇ ਪ੍ਰਸ਼ਨ ਉੱਤਰ ਹੈ ਉਹ ਤੁਸੀਂ ਕਰ ਸਕਦੇ ਹੋ, ਆਪਦੀਆਂ ਕਾਪੀਆਂ ਦੇ ਉੱਤੇ ਨੋਟ ਕਰ ਸਕਦੇ ਹੋ। ਬੱਚੋ ਜੇਕਰ ਤੁਸੀਂ ਇਹਨਾਂ ਨੂੰ PDF ਪ੍ਰਸ਼ਨ ਉੱਤਰਾਂ ਨੂੰ PDF ਫਾਈਲ ਵਿੱਚ ਜਾਂ ਇਹਦੇ ਸੰਬੰਧੀ ਹੋਰ ਕੋਈ ਮਟੀਰੀਅਲ ਚਾਹੁੰਦੇ ਹੋ ਤਾਂ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਦਾ ਲਿੰਕ ਦਿੱਤਾ ਗਾ, ਉੱਥੋਂ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ। ਅਗਲਾ ਪਾਠ ਲੈ ਕੇ ਫਿਰ ਮਿਲਾਂਗੇ।